ਹੈਲੋ ਐਂਡ ਵੈਲਕਮ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਟੱਡੀ ਵੀਜ਼ਾ ਸ਼ੋਅ 'ਚ, ਜਿੱਥੇ ਤੁਹਾਨੂੰ ਮਿਲਦੇ ਨੇ ਇਮੀਗ੍ਰੇਸ਼ਨ ਰਿਲੇਟਡ ਤੁਹਾਡੀ ਸਾਰੀਆਂ ਕੁਐਰੀਜ਼ ਦੇ ਆਨਸਰਸ। ਤੇ ਅੱਜ ਸਾਡੇ ਨਾਲ ਨੇ ਲੈਂਡਮਾਰਕ ਇਮੀਗ੍ਰੇਸ਼ਨਸ ਤੋਂ ਗੁਰਪ੍ਰੀਤ ਜੀ, ਜੋ ਕਿ ਇਮੀਗ੍ਰੇਸ਼ਨ ਐਕਸਪਰਟ ਨੇ। ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਲੈ ਕੇ ਆਏ ਨੇ। ਲੇਕਿਨ ਅੱਜ ਅਸੀਂ ਗੱਲ ਕਰਾਂਗੇ ਇੱਕ ਸਪੈਸ਼ਲ ਟੌਪਿਕ ਬਾਰੇ, ਜਿਹੜਾ ਹੈ ਸਪਾਊਜ਼ਲ ਵੀਜ਼ਾ। ਤੇ ਗੁਰਪ੍ਰੀਤ ਜੀ, ਸਪਾਊਜ਼ਲ ਵੀਜ਼ਾ ਦਾ ਸਭ ਤੋਂ ਪਹਿਲਾਂ ਮੈਂ ਇਹ ਚਾਹੁੰਦੀ ਹਾਂ ਵੀ ਸਾਡੇ ਆਡੀਅנס ਨੂੰ ਤੁਸੀਂ ਦੱਸੋ ਕਿ ਕਿਹੜੇ ਲੋਕ ਐਲੀਜੀਬਲ ਹੁੰਦੇ ਨੇ ਸਪਾਊਜ਼ਲ ਵੀਜ਼ਾ ਵਾਸਤੇ। ਬੇਸਿਕਲੀ ਸਪਾਊਸ ਕੇਸ ਉਦੋਂ ਮਾਈਂਡ 'ਚ ਆਉਂਦਾ ਜਦੋਂ ਇੱਕ ਮੇਨ ਐਪਲੀਕੈਂਟ ਬਾਹਰ ਚਲਾ ਜਾਂਦਾ, ਜਾਂ ਮੈਰਿਜ ਹੋਣ ਤੋਂ ਬਾਅਦ ਧਿਆਨ ਆਉਂਦਾ ਕਿ ਸਾਨੂੰ ਹੁਣ ਬਾਹਰ ਜਾ ਕੇ ਸੈੱਟ ਹੋਣਾ ਚਾਹੀਦਾ, ਤੇ ਮੇਨ ਐਪਲੀਕੈਂਟ ਜਿੱਦੀ ਬਾਹਰ ਜਾਂਦਾ ਤੇ ਜਿਹੜਾ ਐਪਲੀਕੈਂਟ ਇੱਥੇ ਰਹਿ ਜਾਂਦਾ, ਫਿਰ ਉਹ ਚਾਹੇ ਕੁੜੀ ਹੈ ਚਾਹੇ ਮੁੰਡਾ ਹੈ, ਉਹਦਾ ਮੇਨ ਫੋਕਸ ਹੁੰਦਾ ਹੈ ਕਿ ਉਹ ਆਪਣੇ ਜਿਹੜੇ ਮੇਨ ਐਪਲੀਕੈਂਟ ਨੂੰ ਉਹ ਜਾ ਕੇ ਐਜ਼ ਏ ਕੋ ਐਪਲੀਕੈਂਟ ਜੁਆਇਨ ਕਰ ਸਕੇ, ਉੱਥੇ ਜਾ ਸਕੇ। ਮਕਸਦ ਇੱਕੋ ਹੀ ਹੁੰਦਾ ਹੈ ਕਿ ਉੱਥੇ ਜ਼ਿੰਦਗੀ ਨੂੰ ਸੈੱਟ ਕਰ ਸਕੇ। ਮਕਸਦ ਇਹੀ ਹੁੰਦਾ ਵਾ ਕਿ ਅੱਗੇ ਦੀ ਆਪਣੀ ਲਾਈਫ ਆਪਣੀ ਮੈਨੂੰ ਮੇਰਾ ਜੋ ਤਜਰਬਾ ਹੈ ਉਹ ਇਹ ਕਹਿੰਦਾ ਕਿ ਜਦੋਂ ਬੰਦਾ ਆਪ ਬਾਹਰ ਜਾਂਦਾ ਹੈ, ਉਹ ਆਪਣੀ ਲਾਈਫ ਤੇ ਨਹੀਂ, ਆਪਣੇ ਬੱਚਿਆਂ ਦੀ ਲਾਈਫ ਲਈ ਅੱਗੇ ਨਿਕਲਦਾ ਹੈ। ਬੇਸਿਕਲੀ ਜਦੋਂ ਅਸੀਂ ਹੁਣ ਜਾਵਾਂਗੇ, ਕੋਈ ਜਾਂਦਾ ਹੈ ਸਪਾਊਸਲ ਵੀਜ਼ਾ ਤੇ, ਉਹ ਜਿੱਦਾਂ ਹੀ ਉੱਥੇ ਪਹੁੰਚਦਾ ਕੰਮ ਕਾਰ ਦਾ ਰੁਝੇਵਾਂ, ਫਾਈਂਡ ਆਊਟ ਕਿ ਕੀ ਕਰਨਾ, ਉਹਨੇ ਸਾਰੀਆਂ ਚੀਜ਼ਾਂ ਕਰਦੇ ਕਰਦੇ ਪਤਾ ਨਹੀਂ ਚੱਲਦਾ ਕਦੋਂ ਜ਼ਿੰਦਗੀ 55 ਦੇ ਪਾਰ ਹੋ ਜਾਂਦੀ ਹੈ, 50-55 ਦੇ। ਸੋ ਉੱਥੇ ਉਹਨੂੰ ਲੱਗਦਾ ਕਿ ਹਾਂ ਮੈਂ ਆਪਣੇ ਬੱਚਿਆਂ ਨੂੰ ਇੱਕ ਚੰਗੀ ਜ਼ਿੰਦਗੀ ਦਿੱਤੀ ਹੈ। ਸਪਾਊਸਲ ਵੀਜ਼ਾ ਜਦੋਂ ਵੀ ਸਾਡੇ ਕੋਲ ਕੋਈ ਮੈਰਿਡ ਕਪਲ ਆਉਂਦਾ ਹੈ ਔਰ ਬਾਹਰ ਜਾਂਦੇ, ਕਈ ਵਾਰੀ ਮੇਨ ਐਪਲੀਕੈਂਟ ਲੜਕੀ ਹੁੰਦੀ ਹੈ ਜਾਂ ਕਈ ਵਾਰ ਮੇਨ ਐਪਲੀਕੈਂਟ ਲੜਕਾ ਹੁੰਦਾ ਹੈ। ਸੋ ਸਪਾਊਸ ਵੀਜ਼ਾ ਹਮੇਸ਼ਾ ਵਰਕ ਕਰਦਾ ਜਦੋਂ ਇੱਕ ਸਟੂਡੈਂਟ ਸਟੱਡੀ ਕਰ ਰਿਹਾ, ਬਟ ਮੇਕ ਸ਼ੋਰ ਇਹਦੇ 'ਚ ਬਹੁਤ ਸਾਰੇ ਪੁਆਇੰਟ ਹੈ ਜਿਹੜੇ ਧਿਆਨ ਦੇਣ ਵਾਲੇ ਆ। ਕਈ ਵਾਰ ਸਟੂਡੈਂਟ ਮੈਂ ਦੇਖਦਾ ਅਪਲਾਈ ਕਰ ਲੈਂਦੇ ਨੇ, ਮੇਨ ਐਪਲੀਕੈਂਟ ਜਿਹੜੇ ਐਜ਼ ਏ ਸਟੂਡੈਂਟ ਜਾ ਰਹੇ ਨੇ, ਉਹ 1 ਸਾਲ ਦੀ ਸਟੱਡੀ ਦੇ ਵਿੱਚ ਅਪਲਾਈ ਕਰ ਦਿੰਦੇ ਆ। ਬਟ ਜਦੋਂ ਅਸੀਂ 1 ਸਾਲ ਦੀ ਸਟੱਡੀ ਲਈ ਅਪਲਾਈ ਕਰ ਦਿੰਦੇ ਆ, ਉੱਥੇ ਹੀ ਸਾਨੂੰ ਇਹ ਧਿਆਨ ਦੇਣਾ ਚਾਹੀਦਾ, ਪਰ ਜਿਹੜੇ ਸਪਾਊਸ ਵਾਲੇ ਕੈਂਡੀਡੇਟ ਆ ਉਹ ਕਦੀ ਵੀ 1 ਸਾਲ ਦੇ ਪ੍ਰੋਗਰਾਮ ਨੂੰ ਵੈਲਿਊ ਨਾ ਦੇਣ, ਉਹ ਸਿਰਫ 2 ਸਾਲ ਦੀ ਸਟੱਡੀ ਦੇ ਵਿੱਚ ਹੀ ਅੱਗੇ ਜਾਣ। ਉਹਦੇ ਲਈ ਇੱਕ ਕਾਰਨ ਹੈ, ਕਿਉਂਕਿ ਸਪਾਊਸ ਵੀਜ਼ਾ ਤੁਸੀਂ ਉਦੋਂ ਹੀ ਅਪਲਾਈ ਕਰ ਸਕਦੇ ਹੋ ਡਿਪੈਂਡੈਂਟ ਕੈਟੇਗਰੀ, ਜਦੋਂ ਤੁਹਾਡੇ ਜਿਹੜੇ ਮੇਨ ਐਪਲੀਕੈਂਟ ਦੀ 1 ਸਾਲ ਦੀ ਸਟੱਡੀ ਪੈਂਡਿੰਗ ਪਈ ਹੋਈ ਹੈ। ਸਪੋਜ਼ ਤੁਸੀਂ ਅੱਜ ਇੱਥੋਂ ਅਪਲਾਈ ਕਰ ਦਿੱਤਾ 1 ਸਾਲ ਦਾ ਵੀਜ਼ਾ, ਤੁਹਾਡੇ ਮੇਨ ਐਪਲੀਕੈਂਟ ਦਾ ਵੀਜ਼ਾ ਆ ਗਿਆ, ਫਿਰ ਤੁਹਾਡੇ ਕੋਲ ਇੱਥੇ ਹੱਥ ਤੇ ਹੱਥ ਰੱਖ ਕੇ ਵੇਟ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿੰਦਾ। ਸੋ ਤੁਸੀਂ ਇਹ ਧਿਆਨ ਦੇਣਾ ਪਹਿਲਾਂ ਤਾਂ ਕਿ ਜਦੋਂ ਵੀ ਤੁਸੀਂ ਆਪਣੇ ਮੇਨ ਐਪਲੀਕੈਂਟ ਦਾ ਵੀਜ਼ਾ ਫਾਈਲ ਕਰਨਾ ਸਟੱਡੀ ਦਾ, ਉਹ 2 ਸਾਲ ਦਾ ਹੋਣਾ ਚਾਹੀਦਾ ਵਾ। ਦੂਸਰਾ ਧਿਆਨ ਦੇਣ ਵਾਲੀ ਜਿਹੜੀ ਚੀਜ਼ ਹੈਗੀ ਆ ਉਹ ਇਹ ਹੈਗੀ ਕਿ ਇੰਸਟੀਟਿਊਸ਼ਨ ਸਰਕਾਰੀ ਹੋਣਾ ਚਾਹੀਦਾ ਹੈ, ਜਾਂ ਤਾਂ ਸਰਕਾਰੀ ਕਾਲਜ ਹੋਵੇ ਜਾਂ ਫਿਰ ਯੂਨੀਵਰਸਿਟੀ ਹੋਵੇ, ਜੇ ਤੁਸੀਂ ਐਜ਼ ਏ ਸਪਾਊਸ ਅੱਗੇ ਜਾਣਾ ਚਾਹੁੰਦੇ ਹੋ, ਕਿਉਂਕਿ ਇਹ ਸਾਰੀਆਂ ਚੀਜ਼ਾਂ ਸ਼ੋਅ ਕਰਦੀਆਂ ਨੇ ਕਿ ਤੁਹਾਡੇ ਮੇਨ ਐਪਲੀਕੈਂਟ ਦੀ ਪੜ੍ਹਨ ਦੀ ਇੰਟੈਂਸ਼ਨ ਕੀ ਹੈਗੀ ਹੈ ਔਰ ਸਪਾਊਸ ਦੇ ਜੁਆਇਨ ਕਰਨ ਦੀ ਇੰਟੈਂਸ਼ਨ ਕੀ ਹੈਗੀ ਹੈ। ਸੋ ਸਰਕਾਰੀ ਕਾਲਜ ਜਾਂ ਯੂਨੀਵਰਸਿਟੀ ਕੈਟੇਗਰੀ ਦੇ ਵਿੱਚ ਹੀ ਅਪਲਾਈ ਕਰਵਾਓ। ਹੁਣ ਆਪਾਂ ਉਸ ਚੀਜ਼ ਤੇ ਆ ਜਾਂਦੇ ਕਿ ਤੁਹਾਡਾ ਵੀਜ਼ਾ ਆ ਚੁੱਕਿਆ ਹੈ, ਜਿਹੜਾ ਮੇਨ ਐਪਲੀਕੈਂਟ ਆ ਉਹਦਾ ਵੀਜ਼ਾ ਅਪਰੂਵ ਹੋ ਗਿਆ ਤੁਹਾਡਾ, ਔਰ ਤੁਸੀਂ ਹੁਣ ਸਪਾਊਸਲ ਵੀਜ਼ਾ ਅੱਗੇ ਵਧਣਾ ਚਾਹੁੰਦੇ ਹੋ। ਮੇਕ ਸ਼ੋਰ ਤੁਸੀਂ ਜਦੋਂ ਤੁਹਾਡੀ ਇੰਗੇਜਮੈਂਟ ਹੋਈ ਹੈ ਉਹ 6 ਮਹੀਨੇ ਪੁਰਾਣੀ, ਸਾਲ ਪੁਰਾਣੀ ਮੈਰਿਜ ਹੈ, 2 ਸਾਲ ਪੁਰਾਣੀ ਹੈ, 4 ਸਾਲ ਪੁਰਾਣੀ ਹੈ, ਉਹਦੇ ਸਾਰੇ ਰੈਕਡ ਮੇਨਟੇਨ ਹੋਣੇ ਚਾਹੀਦੇ ਆ। ਮਤਲਬ ਇੱਕ ਜੈਨੂਇਨ ਰਿਲੇਸ਼ਨਸ਼ਿਪ ਦੇ ਲਈ ਕੀ ਚੀਜ਼ ਆ ਅੱਜ ਦੀ ਡੇਟ ਦੇ ਵਿੱਚ, ਇੱਕ ਜੈਨੂਇਨ ਰਿਲੇਸ਼ਨਸ਼ਿਪ ਆਪਾਂ ਭਾਰਤ ਸੱਭਿਆਚਾਰ ਦੇ ਵਿੱਚ ਰਹਿੰਦੇ ਹਾਂ, ਭਾਰਤੀ ਸੱਭਿਆਚਾਰ ਨੂੰ ਫੋਲੋ ਕਰਦੇ ਆ, ਸਾਡਾ ਆਪਣਾ ਇੱਕ ਟ੍ਰੈਡੀਸ਼ਨ ਹੈ, ਅਸੀਂ ਵਿਆਹ ਕਰਦੇ ਹਾਂ, ਬਹੁਤ ਇਕੱਠ ਹੁੰਦਾ ਵਾ ਜਾਂ ਕਈ ਵਾਰ ਘੱਟ ਹੁੰਦਾ ਵਾ, ਗੁਰਦੁਆਰੇ 'ਚ ਵੀ ਫੋਟੋਗ੍ਰਾਫਸ ਹੁੰਦੀਆਂ ਨੇ, ਮੰਦਿਰ ਦੇ ਵਿੱਚ ਵੀ ਹੁੰਦੀਆਂ ਨੇ, ਸਾਡੇ ਆਪਣੇ ਆਪਸ ਦੇ ਕਾਲ ਦੇ ਰੈਕਡਸ ਵੀ ਹੁੰਦੇ ਨੇ, ਸਾਡੀਆਂ ਵੀਡੀਓ ਕਾਲਸ ਵੀ ਹੁੰਦੀਆਂ ਨੇ। ਅੱਜ ਟੈਕਨੋਲੋਜੀ ਦਾ ਫਾਇਦਾ ਹੈਗਾ, ਔਰ ਟੈਕਨੋਲੋਜੀ ਦੇ ਫਾਇਦੇ ਨੂੰ ਵੀ ਤੁਸੀਂ ਆਪਣੇ ਯੂਟੀਲਾਈਜ਼ ਕਰੋ। ਤੁਸੀਂ ਆਪਣੀਆਂ ਸਾਰੀਆਂ ਚੀਜ਼ਾਂ ਸਾਂਭ ਕੇ ਰੱਖੋ। ਤੁਸੀਂ ਕਿਤੇ ਘੁੰਮਣ ਜਾ ਰਹੇ ਹੋ, ਤੁਹਾਡੇ ਕੋਲ ਬਿੱਲ ਹੈਗੇ ਨੇ, ਹੋਟਲਸ ਦੇ ਬਿੱਲ ਨੇ, ਆਊਟਿੰਗ ਦੇ ਬਿੱਲ ਨੇ, ਕਿਤੇ ਗਿਫਟ ਕੀਤਾ ਹੈ ਕਿਸੇ ਨੂੰ, ਕੁਝ ਪ੍ਰੂਫ ਤੁਹਾਡੇ ਉਹ ਵੀ ਹੈਗੇ ਨੇ। ਤੁਹਾਡੇ ਕੋਲ ਜੁਆਇੰਟ ਖਾਤਾ ਹੋਣਾ ਚਾਹੀਦਾ ਹੈ, ਤੁਸੀਂ ਆਪਣਾ ਜੁਆਇੰਟ ਬੈਂਕ ਅਕਾਊਂਟ ਵੀ ਖੁਲਾਓ। ਮਤਲਬ ਜਿੱਥੇ ਜਿੱਥੇ ਤੁਸੀਂ ਆਪਣੇ ਦੋਨਾਂ ਦੀ ਇਨਵੋਲਵਮੈਂਟ ਦਿਖਾ ਸਕਦੇ ਹੋ ਉਹ ਦਿਖਾਓ, ਤਾਂ ਕਿ ਵੀਜ਼ਾ ਆਫਿਸਰ ਦੇ ਮਨ 'ਚ ਜ਼ਿਹਨ 'ਚ ਆਵੇ ਹੀ ਨਾ ਕਿ ਇਹ ਮੈਨੂੰ ਵੀਜ਼ਾ ਨਹੀਂ ਦੇਣਾ ਚਾਹੀਦਾ। ਦੇਖੋ ਵੀਜ਼ਾ ਆਫਿਸਰ ਵੀ ਆਪਣੀ ਜਗ੍ਹਾ ਤੇ ਸਹੀ ਹੈ, ਕਿਉਂਕਿ ਸਾਡੇ ਪੰਜਾਬ 'ਚ ਬਹੁਤ ਸਾਰੀਆਂ ਮੈਰਿਜਸ ਕੰਟਰੈਕਟ ਦੇ ਨਾਮ ਤੇ ਹੋ ਜਾਂਦੀਆਂ ਨੇ। ਸੋ ਤੁਸੀਂ ਦੱਸੋ, ਉਹ ਜਿਹੜੀ ਸੀਟ ਤੇ ਬੈਠਾ ਹੈ ਵੀਜ਼ਾ ਆਫਿਸਰ, ਉਹਦੀ ਰਿਸਪੌਂਸਿਬਿਲਿਟੀ ਕਿੰਨੀ ਕੁ ਜ਼ਿਆਦਾ ਹੁੰਦੀ ਹੈ, ਉਹਦੇ ਲਈ ਕਿੰਨਾ ਕੁ ਟਫ ਸਿਚੁਏਸ਼ਨ ਹੋ ਜਾਂਦੀ ਹੈ ਵੀਜ਼ਾ ਇਹ ਦੇਖਣਾ ਕਿ ਕਿਹੜਾ ਸਹੀ ਹੈ ਕਿ ਕਿਹੜਾ ਗਲਤ ਹੈਗਾ। ਸੋ ਆਪਣੇ ਆਪ ਨੂੰ ਬਿਲਕੁਲ ਟਰੈਕ ਰੈਕਡ ਮੇਨਟੇਨ ਰੱਖੋ। ਸਪਾਊਸਲ ਵੀਜ਼ਾ ਇੱਕ ਬਹੁਤ ਸਿੰਪਲ ਜੀ ਚੀਜ਼ ਹੈ। ਔਰ ਦੂਸਰੀ ਚੀਜ਼ ਮੈਂ ਦੱਸਣਾ, ਤੁਸੀਂ ਆਪ ਕਹੋਗੇ ਕਿ ਤੁਹਾਡੇ ਵੀਜ਼ਾ ਦੇ ਚਾਂਸਸ ਕਿੰਨੇ ਆ। ਮੇਰੇ 2 ਕੁਐਸਚਨ ਹੈ, ਮੈਂ ਤੁਹਾਨੂੰ ਦੱਸਦਾ ਵਾਂ, ਤੁਸੀਂ ਆਪਣੇ ਆਪ ਤੋਂ ਪੁੱਛਣਾ ਫਿਰ ਇਹਦਾ ਸਵਾਲ ਕੀ ਹੋਊਗਾ। ਸਭ ਤੋਂ ਪਹਿਲਾਂ
ਟੂਰਿਸਟ ਵੀਜ਼ਾ ਅੱਜ ਕੋਈ ਫਾਈਲ ਕਰਦਾ ਉਹਦੀ ਰਿਫਿਊਜ਼ਲ ਆ ਜਾਂਦੀ ਹੈ ਕਈ ਵਾਰ, ਉੱਤੇ ਲਿਖਿਆ ਆਉਂਦਾ ਕਿ ਉਹਦੀ ਟਰੈਵਲ ਹਿਸਟਰੀ ਨਹੀਂ ਸੀਗੀ। ਇਹ ਤੁਸੀਂ ਨਾਰਮਲ ਵੇਖਿਆ ਹੋਣਾ ਕਿ ਉਹਦੀ ਟਰੈਵਲ ਹਿਸਟਰੀ ਨਹੀਂ ਹੈਗੀ। ਫਿਰ ਟੂਰਿਸਟ ਵੀਜ਼ਾ ਦੇ ਉੱਤੇ ਆ ਜਾਂਦਾ ਕਿ ਤੁਹਾਡਾ ਕੋਈ ਬੈਂਕ ਬੈਲੈਂਸ ਜ਼ਿਆਦਾ ਨਹੀਂ ਸੀਗਾ, ਤੁਹਾਡੀ ਰਿਫਿਊਜ਼ਲ ਆ ਗਈ ਹੈ, ਤੁਹਾਡੇ ਕੋਲ ਇੰਨਾ ਪੈਸਾ ਨਹੀਂ ਸੀਗਾ, ਜਾਂ ਪੈਸਾ ਇਕੱਠਾ ਹੀ ਪਾਤਾ ਤੁਸੀਂ ਅਕਾਊਂਟ ਵਿੱਚ, ਕਿੱਥੋਂ ਆਇਆ ਸੀ ਉਹਦੀ ਕੋਈ ਜਸਟੀਫਿਕੇਸ਼ਨ ਨਹੀਂ ਸੀ, ਇਹਨਾਂ ਕਰਕੇ ਆ ਗਈ। ਸਟੂਡੈਂਟ ਅੱਜ ਰਿਫਿਊਜ਼ ਹੋ ਜਾਂਦਾ ਵਾ, ਕਹਿੰਦੇ ਜੀ ਉਹਦਾ ਪ੍ਰੋਗਰਾਮ ਰੈਲੇਵੈਂਟ ਨਹੀਂ ਹੈਗਾ, ਉਹਨੇ ਵਾਪਸ ਨਹੀਂ ਆਉਣਾ, ਜਾਂ XYZ ਰੀਜ਼ਨ ਅਕੈਡਮਿਕ ਲੋ ਹੈਗੇ ਨੇ, ਇੰਗਲਿਸ਼ ਐਬਿਲਿਟੀ ਨਹੀਂ ਹੈਗੀ, ਪ੍ਰੋਗਰਾਮ ਨਾਲ ਕੋਪ ਅਪ ਨਹੀਂ ਕਰ ਸਕਦਾ। ਹੁਣ ਮੈਨੂੰ ਇੱਕ ਚੀਜ਼ ਦੱਸੋ, ਇਹਨਾਂ ਸਾਰੀਆਂ ਰਿਫਿਊਜ਼ਲ ਕਾਰਨਾਂ ਦੇ ਪਿੱਛੇ ਤੁਹਾਨੂੰ ਕਿਤੇ ਕੋਈ ਡਿਪੈਂਡੈਂਟ ਕੈਟਾਗਰੀ ਵਾਲਾ ਕੇਸ ਦਿਖਦਾ ਪਿਆ? ਕੀ ਡਿਪੈਂਡੈਂਟ ਦੀ ਟਰੈਵਲ ਹਿਸਟਰੀ ਹੋਣੀ ਚਾਹੀਦੀ ਹੈ ਕਿ ਉਹ ਜਗ੍ਹਾ ਜਗ੍ਹਾ ਤੇ ਡਿਪੈਂਡੈਂਟ ਅਪਲਾਈ ਕਰੇ? ਇਦਾਂ ਨਹੀਂ ਹੋ ਸਕਦਾ। ਉਹਨੇ ਵਾਪਸ ਨਹੀਂ ਆਣਾ, ਪਤਾ ਹੈ ਕਿ ਜਦ ਮੇਨ ਐਪਲੀਕੈਂਟ ਉੱਥੇ ਹੈ ਤਾਂ ਡੈਫੀਨੇਟਲੀ ਦੇ ਵਿਲ ਫਾਈਲ ਦਾ PR, ਸੋ ਉਹਨੇ ਵਾਪਸ ਨਹੀਂ ਆਣਾ। ਉਹਦੀ ਰੈਲੇਵੈਂਸੀ ਦੀ ਕੋਈ ਪ੍ਰੋਬਲਮ ਨਹੀਂ ਹੈ, ਸਟੱਡੀ ਦੀ ਤੇ ਰੈਲੇਵੈਂਟ ਹੋਣ ਨਹੀਂ ਹੈ ਜਾਂ ਕੀ ਹੈ, ਇੰਗਲਿਸ਼ ਐਬਿਲਿਟੀ ਦੀ ਲੋੜ ਨਹੀਂ ਹੈ, ਆਈਲੈਟਸ ਦੀ ਲੋੜ ਨਹੀਂ ਹੈ, ਅਕੈਡਮਿਕ ਮੈਚ ਨਹੀਂ ਹੋ ਰਿਹਾ, ਕੋਈ ਲੈਣਾ ਦੇਣਾ ਨਹੀਂ ਹੈ। ਸੋ ਸਿੰਪਲ ਲੈਂਗੁਏਜ ਸਮਝਾਉਣਾ ਚਾਹੁੰਦਾ ਵਾ ਕਿ ਡਿਪੈਂਡੈਂਟ ਕੈਟਾਗਰੀ ਦਾ ਸਕਸੈਸ ਰੇਟ ਜਿਹੜਾ ਹੈ ਉਹ ਅਪ ਟੂ 100% ਹੈ। ਸੋ ਬੇਸਿਕਲੀ ਤੁਹਾਡੀ ਫਾਈਲ ਦੀ ਪ੍ਰੈਜੈਂਟੇਸ਼ਨ ਕਿੱਦਾਂ ਦੀ ਹੈ, ਉਹ ਪ੍ਰੈਜੈਂਟੇਸ਼ਨ ਦੇ ਵਿੱਚ ਕੋਈ ਕਮੀ ਤਾਂ ਨਹੀਂ ਹੈ, ਡਾਕੂਮੈਂਟੇਸ਼ਨ 'ਚ ਕੋਈ ਕਮੀ ਤਾਂ ਨਹੀਂ ਹੈ, ਚੈੱਕਲਿਸਟ ਨੂੰ ਤੁਸੀਂ ਫੋਲੋ ਕੀਤਾ ਕਿ ਨਹੀਂ ਕੀਤਾ। ਨਾਰਮਲੀ ਤੁਸੀਂ ਫਾਈਲ ਅਪਲਾਈ ਕਰਦੇ ਹੋ ਡਿਪੈਂਡੈਂਟ ਦੀ, ਤੁਹਾਨੂੰ ਇੱਕ ਚੈੱਕਲਿਸਟ ਜਾਂਦੇ ਹੀ ਥਮਾ ਦਿੱਤੀ ਜਾਂਦੀ ਹੈ, ਹਰ ਬੰਦੇ ਨੂੰ ਸੇਮ ਚੈੱਕਲਿਸਟ ਦਿੱਤੀ ਜਾਂਦੀ ਹੈ। ਬਹੁਤ ਸਾਰੀ ਏਜੰਸੀਆਂ, ਬਹੁਤ ਸਾਰੀ ਚੀਜ਼ਾਂ ਤੇ ਮੈਂ ਦੇਖਦਾ ਇੱਕੋ ਹੀ ਚੈੱਕਲਿਸਟ ਸਰਕੂਲੇਟ ਕੀਤੀ ਜਾਂਦੀ ਹੈ, ਬਟ ਲੈਂਡਮਾਰਕ ਇਮੀਗ੍ਰੇਸ਼ਨ ਦੇ ਵਿੱਚ ਤੁਹਾਨੂੰ ਇਹ ਵੇਖਣ ਨੂੰ ਨਹੀਂ ਮਿਲੇਗਾ। ਅਸੀਂ ਤੁਹਾਡੀ ਪ੍ਰੋਫਾਈਲਿੰਗ ਕਰਾਂਗੇ। ਸਭ ਤੋਂ ਪਹਿਲਾਂ ਸਾਨੂੰ ਨੌਲੇਜ ਚਾਹੀਦੀ ਹੋਊਗੀ ਤੁਹਾਡੇ ਬਾਰੇ, ਕਿਉਂਕਿ ਹਰ ਬੰਦੇ ਦੀ ਆਪਣੀ ਇੱਕ ਪ੍ਰੋਫਾਈਲ ਹੈ, ਹਰ ਬੰਦੇ ਦਾ ਆਪਣਾ ਇੱਕ ਕਿੱਤਾ ਹੈਗਾ, ਹਰ ਬੰਦੇ ਦਾ ਆਪਣਾ ਇੱਕ ਬੈਂਕ ਬੈਲੈਂਸ ਹੈਗਾ, ਹਰ ਬੰਦੇ ਦੀ ਆਪਣੀਆਂ ਇੱਕ ਮੁਸ਼ਕਲਾਂ ਨੇ, ਹਰ ਬੰਦੇ ਦੀਆਂ ਆਪਣੀਆਂ ਇੱਕ ਦਿੱਕਤਾਂ ਹੈਗੀਆਂ ਨੇ ਜਿਹੜੀਆਂ ਉਹ ਸਾਡੇ ਨਾਲ ਸਾਂਝੀਆਂ ਕਰਦਾ। ਤਾਂ ਚੈੱਕਲਿਸਟ ਸੇਮ ਕਿੱਦਾਂ ਹੋ ਸਕਦੀ ਹੈ? ਸੋ ਅਸੀਂ ਬਣਾਵਾਂਗੇ ਚੈੱਕਲਿਸਟ ਤੁਹਾਡੇ ਅਕੋਰਡਿੰਗ, ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗ, ਤੁਹਾਡੇ ਪ੍ਰੋਫੈਸ਼ਨ ਦੇ ਅਕੋਰਡਿੰਗ, ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਤਾਂ ਕਿ ਤੁਹਾਡਾ ਵੀਜ਼ਾ ਲਿਆ ਜਾ ਸਕੇ। ਸੋ ਸਪਾਊਸਲ ਵੀਜ਼ਾ ਦੇ ਵਿੱਚ ਇਹ ਚੀਜ਼ ਸਭ ਤੋਂ ਮੈਟਰ ਕਰਦੀ ਹੈ, ਚੈੱਕਲਿਸਟ, ਕਿ ਉਹ ਤੁਹਾਡੀ ਪ੍ਰੋਫਾਈਲਿੰਗ ਦੇ ਅਕੋਰਡਿੰਗ ਬਣੀ ਹੈ ਕਿ ਨਹੀਂ ਬਣੀ ਹੈ, ਕਿ ਤੁਸੀਂ ਵੀ ਇੱਕ ਲਾਈਨ 'ਚ ਲੱਗ ਗਏ ਹੋ ਜੀ, ਇਹੀ ਲਾਈਨ ਹੈ ਜਾਣ ਵਾਲੀ, ਇਹਦੇ ਵਿੱਚ ਲੱਗ ਗਏ ਹੋ ਔਰ ਇਹੀ ਦੱਸਣਾ ਜੋ ਬਾਕੀ ਦੱਸ ਰਹੇ ਆ, ਉਹ ਚੀਜ਼ ਨਹੀਂ ਹੈ। ਸੋ ਮੇਕ ਸ਼ੋਰ ਤੁਹਾਡੀ ਚੈੱਕਲਿਸਟ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗ ਹੋਵੇ। ਜੀ ਬਿਲਕੁਲ ਗੁਰਪ੍ਰੀਤ ਜੀ, ਆਈ ਬਿਲੀਵ ਤੁਸੀਂ ਬਹੁਤ ਸਾਰੀਆਂ ਇੰਪੋਰਟੈਂਟ ਗੱਲਾਂ ਦੱਸਦੀਆਂ ਨੇ ਤੇ ਕੁਆਲੀਫਿਕੇਸ਼ਨ ਦੀ ਆਪਾਂ ਗੱਲ ਕਰ ਲੈਂਦੇ ਹਾਂ, ਕਿਉਂਕਿ ਬਾਹਰ ਜਾਣ ਵੇਲੇ ਹਰ ਕੋਈ ਸੋਚਦਾ ਹੈ ਕਿ ਕੁਆਲੀਫਿਕੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ, ਆਈਲੈਟਸ ਸਕੋਰ ਬਹੁਤ ਜ਼ਿਆਦਾ ਜ਼ਰੂਰੀ ਹੈ, ਤੇ ਸਪਾਊਸਲ ਵੀਜ਼ਾ ਦੀ ਬੇਸਿਕ ਕੁਆਲੀਫਿਕੇਸ਼ਨ ਕੀ ਹੈਗੀ ਹੈ? 5ਵੀਂ ਪਾਸ ਵੀ ਜਾ ਸਕਦਾ ਜੀ, ਕੋਈ ਐਜੂਕੇਸ਼ਨ ਕ੍ਰਾਈਟੇਰੀਆ ਨਹੀਂ ਹੈਗਾ, ਐਜੂਕੇਸ਼ਨ ਦਾ ਕ੍ਰਾਈਟੇਰੀਆ ਨਹੀਂ ਹੈ, ਆਈਲੈਟਸ ਦਾ ਕ੍ਰਾਈਟੇਰੀਆ ਨਹੀਂ ਹੈਗਾ। ਬਟ ਹਾਂ, ਜਦੋਂ ਇੱਕ ਡਿਪੈਂਡੈਂਟ ਬਾਹਰ ਜਾਂਦਾ ਹੈ ਉਹ ਆਪਣੀ ਇੱਥੋਂ ਹੀ ਮਿਆਦ ਸੋਚ ਕੇ ਜਾਂਦਾ ਹੈ ਕਿ ਅਗਰ ਉਹ 10ਵੀਂ ਪਾਸ ਹੈ ਤੇ ਸ਼ਾਇਦ ਉਹਨੂੰ ਫਿਰ ਲੋ ਗ੍ਰੇਡ ਦੇ ਕੰਮ ਹੀ ਕਰਨੇ ਪੈਣਗੇ। ਜੇ 12 ਪੜ੍ਹਿਆ ਹੋ ਸਕਦਾ ਕਿਤੇ ਰੈਸਟੋਰੈਂਟ 'ਚ ਨੌਕਰੀ ਮਿਲ ਜਾਏ, ਗ੍ਰੈਜੂਏਟ ਹੈ ਆਪਣੀ ਵੈਸ ਵੈਲਿਊਏਸ਼ਨ ਕਰਾ ਲੇਗਾ, WS ਕਰਾਉਣ ਤੋਂ ਬਾਅਦ ਇਕੁਇਲੈਂਸੀ ਲੈ ਲੇਗਾ ਕੈਨੇਡੀਅਨ ਐਜੂਕੇਸ਼ਨ ਦੀ, ਉਹਦੇ ਅਕੋਰਡਿੰਗ ਤੇ ਹੋ ਸਕਦਾ ਥੋੜੀ ਚੰਗੀ ਨੌਕਰੀ ਮਿਲ ਜੇ। ਕਈ ਹੁੰਦੇ ਨੇ ਕਹਿੰਦੇ ਡਿਪੈਂਡੈਂਟ ਤੇ ਜਾ ਕੇ ਇੱਕ ਸ਼ਾਰਟ ਟਰਮ ਪ੍ਰੋਗਰਾਮਸ ਕਰ ਲੈਂਦੇ ਨੇ 6 ਮਹੀਨੇ 8 ਮਹੀਨੇ ਦੇ, ਤਾਂ ਕਿ ਉੱਥੇ ਦੀ ਜਗ੍ਹਾ ਦੇ ਵਿੱਚ ਉੱਥੇ ਦੇ ਹਿਸਾਬ ਨਾਲ ਢਲਣ ਦੇ ਲਈ ਥੋੜੀ ਐਜੂਕੇਸ਼ਨ ਜ਼ਰੂਰੀ ਹੁੰਦੀ ਹੈ। ਸੋ ਉਹ ਵੀ ਕਰ ਸਕਦੇ ਹੋ ਤੁਸੀਂ। ਸੋ ਇਹ ਟੋਟਲੀ ਤੁਹਾਡੇ ਤੇ ਡਿਪੈਂਡ ਆ, ਇਹ ਡਿਸਾਈਡ ਕਰੇਗੀ ਕਿ ਤੁਸੀਂ ਫਿਊਚਰ 'ਚ ਜਾ ਕੇ ਕਿਹੋ ਜਿਹਾ ਕੰਮ ਕਰਨ ਵਾਲੇ ਹੋ। ਜੀ ਬਿਲਕੁਲ, ਮਤਲਬ ਇਹ ਤਾਂ ਗੁੱਡ ਨਿਊਜ਼ ਹੈ ਜਿਹੜੇ ਸਪਾਊਸਲ ਵੀਜ਼ਾ ਲਗਾਉਣਾ ਚਾਹੁੰਦੇ ਹੋ ਉਹਨਾਂ ਵਾਸਤੇ ਕਿ ਸਟੱਡੀ ਦਾ ਕੋਈ ਬਾਰ ਨਹੀਂ ਹੈਗਾ, ਤੁਸੀਂ ਕਿੰਨੀ ਵੀ ਸਟੱਡੀ ਕੀਤੀ ਹੋਏ ਜਾਂ ਬਹੁਤ ਘੱਟ ਸਟੱਡੀ ਕੀਤੀ ਹੋਏ ਤਾਂ ਈਜ਼ੀਲੀ ਤੁਸੀਂ ਅਪਲਾਈ ਕਰ ਸਕਦੇ ਹੋ। ਹੁਣ ਗੱਲ ਆਉਂਦੀ ਹੈ ਫੰਡਸ ਦੇ ਗੁਰਪ੍ਰੀਤ ਜੀ, ਜੇ ਆਪਾਂ ਸਪਾਊਸਲ ਵੀਜ਼ੇ ਲਈ ਅਪਲਾਈ ਕਰਨਾ ਹੈ ਕਿਸੇ ਨੇ ਤਾਂ ਕਿੰਨੇ ਫੰਡਸ ਹੋਣੇ ਚਾਹੀਦੇ ਨੇ, ਲੱਗਦੇ ਨੇ ਜਾਂ ਸ਼ੋ ਕਰਨੇ ਪੈਂਦੇ ਨੇ? ਬਿਲਕੁਲ, ਬੈਂਕ ਬੈਲੈਂਸ ਜ਼ਰੂਰ ਸ਼ੋ ਕਰੋ ਆਪਣਾ ਜੀ, 9-10 ਲੱਖ ਰੁਪਈਆ ਆਪਣੇ ਅਕਾਊਂਟ ਦੇ ਵਿੱਚ ਸ਼ੋ ਕਰੋ, ਰੱਖੋ। ਅਗਰ ਦੇਖੋ ਤੁਸੀਂ ਪਲੈਨਿੰਗ ਕਰ ਰਹੇ ਹੋ ਬਾਹਰ ਜਾਣ ਦੀ, ਬਹੁਤ ਕੁਝ ਕਰ ਰਹੇ ਹੋ, ਤੇ ਆਬਵੀਅਸ ਆ ਥੋੜੇ ਪੈਸੇ ਆਪਣੇ ਅਕਾਊਂਟ ਦੇ ਵਿੱਚ ਇਕੱਠੇ ਕਰਦੇ ਰਹੋ, ਬਸ਼ੱਕ ਤੁਹਾਡੇ ਹੀ ਨੇ। ਜੇ ਤੁਹਾਡੇ ਕੋਲ ਕਿਤੋਂ ਇਕੱਠੇ ਆਏ ਨੇ ਉਹਦਾ ਐਵੀਡੈਂਸ ਹੋਣਾ ਚਾਹੀਦਾ ਵਾ, ਉਹਦਾ ਪ੍ਰਮਾਣ ਪੱਤਰ ਹੋਣਾ ਚਾਹੀਦਾ ਤੁਹਾਡੇ ਕੋਲ ਕਿ ਉਹ ਆਇਆ ਕਿੱਥੋਂ ਹੈ, ਤੁਹਾਡੀ ਫੈਮਿਲੀ ਮੈਂਬਰ ਨੇ ਕਿਸੇ ਨੇ ਤੁਹਾਨੂੰ ਗਿਫਟ ਕੀਤਾ ਹੈ, ਤੁਹਾਡੇ ਫਾਦਰ ਸਾਹਿਬ ਤੁਹਾਨੂੰ ਸਪੋਰਟ ਕਰ ਰਹੇ ਆ। ਇਹ ਸਾਰੀਆਂ ਚੀਜ਼ਾਂ ਡਿਸਕਸ਼ਨ ਕਰਨ ਵਾਲੀਆਂ ਨੇ ਜੀ ਕ੍ਰਾਸ ਦਾ ਟੇਬਲ ਬੈਠ ਕੇ। ਜਦੋਂ ਤੁਸੀਂ ਆਓਗੇ ਮੈਂ ਤੁਹਾਨੂੰ ਇੱਕੋ ਹੀ ਵਾਅਦਾ ਕਰਦਾ, ਲੈਂਡਮਾਰਕ ਇਮੀਗ੍ਰੇਸ਼ਨ ਦੇ ਵਿੱਚ ਹਮੇਸ਼ਾ ਸੀਨੀਅਰ ਮੈਨੇਜਮੈਂਟ ਦੇ ਬੰਦੇ ਜ਼ਰੂਰ ਮਿਲਦੇ ਆ। ਜੇ ਤੁਹਾਨੂੰ ਕਿਤੇ ਹੋਰ ਕਿਸੇ ਵੀ ਕੰਪਨੀ 'ਚ, ਮੈਂ ਕਿਸੇ ਦਾ ਨਾਮ ਨਹੀਂ ਲੈ ਰਿਹਾ ਤੇ ਕਿਸੇ ਵੀ ਕੰਪਨੀ ਦੇ ਵਿੱਚ ਤੁਹਾਨੂੰ ਜੇ ਕੰਪਨੀ ਦਾ MD ਜਾਂ ਡਾਇਰੈਕਟਰ ਮਿਲ ਰਿਹਾ, ਮੀਨਸ ਤੁਸੀਂ ਇੱਕ ਸਹੀ ਜਗ੍ਹਾ ਤੇ ਬੈਠੇ ਹੋ।
ਤੁਸੀਂ ਇੱਕ ਸਹੀ ਪਲੇਸ ਤੇ ਬੈਠੇ ਹੋ, ਫਿਰ ਤੁਸੀਂ ਉੱਥੇ ਵੀ ਅਪਲਾਈ ਕਰ ਸਕਦੇ ਹੋ। ਇਹ ਸਾਡੇ ਪ੍ਰੋਗਰਾਮ ਸੇਲਸ ਨੂੰ ਵਧਾਉਣ ਲਈ ਨਹੀਂ ਹੁੰਦੇ, ਇਹ ਸਾਡੇ ਜਿਹੜੇ ਵੀਡੀਓਜ਼ ਹੈ ਇਹ ਸੇਲਸ ਨੂੰ ਬੂਸਟ ਅਪ ਕਰਨ ਲਈ ਨਹੀਂ ਹੁੰਦੇ, ਸਿਰਫ ਹੁੰਦੇ ਜ਼ਰੂਰ ਹੈ ਸੇਲਸ ਲਈ ਵੀ, ਪਰ ਸਿਰਫ ਸੇਲਸ ਨੂੰ ਬੂਸਟ ਅਪ ਕਰਨ ਲਈ ਨਹੀਂ ਹੈ। ਅਵੇਅਰਨੈਸ ਵੀਡੀਓਜ਼ ਹੁੰਦੇ ਨੇ, ਇਹ ਤੁਹਾਨੂੰ ਅਵੇਅਰ ਕਰਨ ਦੇ ਲਈ ਨੇ ਕਿ ਤੁਹਾਡੇ ਲਈ ਕੀ ਸਹੀ ਹੋ ਸਕਦਾ ਹੈ ਔਰ ਤੁਹਾਡੇ ਲਈ ਕੀ ਗਲਤ ਹੋ ਸਕਦਾ ਹੈ। ਜੀ ਬਿਲਕੁਲ। ਤੇ ਹੁਣ ਫੰਡਸ ਦੀ ਵੀ ਤੁਸੀਂ ਦੱਸਤਾ ਕਿ ਕਿੰਨੇ ਫੰਡਸ ਚਾਹੀਦੇ ਹੁੰਦੇ ਨੇ, ਔਰ ਕਈ ਲੋਕ ਇਹ ਅਪਲਾਈ ਕਰਕੇ ਬਹੁਤ ਲੰਬਾ ਵੇਟ ਉਹਨਾਂ ਨੂੰ ਕਰਨਾ ਪੈਂਦਾ ਹੈ, ਤੇ ਉਹਨਾਂ ਦਾ ਕੁਐਸਚਨ ਮੈਂ ਕਰਨ ਜਾ ਰਹੀ ਹਾਂ ਕਿ ਪ੍ਰੋਸੈਸਿੰਗ ਟਾਈਮ ਕਿੰਨਾ ਕੁ ਲੱਗਦਾ ਹੈ ਸਪਾਊਸਲ ਵੀਜ਼ਾ ਨੂੰ? ਬੇਸਿਕਲੀ ਅੱਜ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਜਿਹੜੇ ਡਿਪੈਂਡੈਂਟ ਕੈਟਾਗਰੀ ਵਾਲੇ ਨੇ ਕਿ ਜਿਹੜੇ ਡਿਪੈਂਡੈਂਟ ਕੈਟਾਗਰੀ ਦਾ ਪ੍ਰੋਸੈਸਿੰਗ ਟਾਈਮ ਹੈ ਅੱਜ 7 ਹਫ਼ਤੇ ਹੈ ਸਿਰਫ। ਉੱਥੇ ਹੀ ਅਗਰ ਸਟੂਡੈਂਟ ਵੀਜ਼ਾ ਦੀ ਗੱਲ ਕਰਾਂ ਤਾਂ ਪ੍ਰੋਸੈਸਿੰਗ ਟਾਈਮ 12 ਹਫ਼ਤੇ ਹੈ। ਸੋ ਇਹਦਾ ਮਤਲਬ ਇਹ ਹੈ ਕਿ ਜੇ ਤੁਸੀਂ ਡਿਪੈਂਡੈਂਟ ਕੈਟਾਗਰੀ ਦੇ ਹੋ ਤਾਂ ਸੋਚਣ ਦੀ ਲੋੜ ਨਹੀਂ ਹੈ। ਜੇ ਤੁਸੀਂ ਜਿੰਨੀ ਜਲਦੀ ਅਪਲਾਈ ਕਰ ਦੋਗੇ ਉਨੀ ਹੀ ਜਲਦੀ ਤੁਸੀਂ ਆਪਣਾ ਵੀਜ਼ਾ ਹਾਸਲ ਕਰ ਸਕਦੇ ਹੋ। ਰੀਸੈਂਟਲੀ 2 ਡਿਪੈਂਡੈਂਟ ਕੈਟਾਗਰੀ ਦੇ ਵੀਜ਼ਾਸ ਵੀ ਆਏ ਨੇ, ਸੋ ਮੈਂ ਉਹਨਾਂ ਨੂੰ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਵਾਂ ਲੈਂਡਮਾਰਕ ਦੇ ਮੰਚ ਤੋਂ। ਤੋ ਉਸੇ ਤਰ੍ਹਾਂ ਤੁਸੀਂ ਵੀ ਆਪਣੇ ਵੀਜ਼ਾਸ ਪ੍ਰਾਪਤ ਕਰ ਸਕਦੇ ਹੋ, ਬਸ਼ਰਤ ਥੋੜਾ ਟਾਈਮ ਜ਼ਰੂਰ ਲੱਗਦਾ, ਬਟ ਕਈ ਵਾਰ ਟਾਈਮ ਕੰਜ਼ਿਊਮਿੰਗ ਜ਼ਿਆਦਾ ਹੋ ਜਾਂਦਾ ਜੀ। ਉਹਦਾ ਰੀਜ਼ਨ ਹੁੰਦਾ ਹੈ ਕਿ ਤੁਸੀਂ ਡਾਇਰੈਕਟ ਉਸ ਕੰਪਨੀ ਕੋਲ ਅਪਰੋਚ ਨਹੀਂ ਕਰਦੇ ਜਿਹਨੇ ਅਪਲਾਈ ਕਰਨਾ ਹੈ, ਯੂ ਆਰ ਕਮਿੰਗ ਥਰੂ ਦਾ ਏਜੰਟਸ ਐਂਡ ਐਸੋਸੀਏਟਸ। ਤੋ ਉੱਥੇ ਤੁਹਾਨੂੰ ਜਿਹੜਾ ਟਾਈਮ ਫਰੇਮ ਹੈ ਉਹ ਵੱਧ ਜਾਂਦਾ ਵਾ। ਸਰਲ ਭਾਸ਼ਾ 'ਚ ਸਮਝਾਵਾਂ ਤੇ ਜੇ ਚੰਡੀਗੜ੍ਹ ਤੋਂ ਲੁਧਿਆਣਾ ਡਾਇਰੈਕਟ ਜਾਣਾ ਤੇ ਜੀ 1 ਘੰਟਾ 15 ਮਿੰਟ ਲੱਗਦੇ। ਅੱਜ ਰੋਡ ਵਧੀਆ ਬਣ ਗਈ ਹੋਈ ਹੈ ਤੇ ਉਹਦੇ ਕਰਕੇ ਥੋੜਾ ਸਮਾਂ ਘੱਟ ਲੱਗਦਾ। ਜੇ ਮੈਂ ਇਹੀ ਸੋਚ ਲਿਆ ਕਿ ਮੈਂ ਵਾਇਆ ਰੋਪੜ ਘੁੰਮ ਕੇ ਜਾਣਾ ਜਾਂ ਫਗਵਾੜਾ ਘੁੰਮ ਕੇ ਜਾਣਾ ਵਾ ਤਾਂ ਇਟ ਵਿਲ ਟੇਕ 2 to 3 ਆਵਰਸ। ਸੋ ਇਸ ਚੀਜ਼ ਨੂੰ ਧਿਆਨ ਦੇਣਾ ਵਾ ਕਿ ਜਦੋਂ ਵੀ ਕਿਤੇ ਜਾਣਾ ਸਭ ਤੋਂ ਪਹਿਲਾਂ ਜਾਂਚ ਪੜਤਾਲ ਕਰ ਲੈਣੀ ਹੈ ਉਸ ਕੰਪਨੀ ਦੇ ਬਾਰੇ ਕਿ ਉਹ ਇਹ ਕੰਪਨੀ ਕਰਦੀ ਵੀ ਹੈ ਕੰਮ, ਜਾਂ ਤੁਹਾਡੇ ਕੋਲੋਂ ਕੇਸ ਫੜ ਲਿਆ ਐਜ਼ ਏ ਏਜੰਟ ਕਿਤੇ ਹੋਰ ਭੇਜਦਾ ਤੁਹਾਡਾ ਕੇਸ। ਸੋ ਇਹ ਚੀਜ਼ ਵੀ ਬਹੁਤ ਜ਼ਰੂਰੀ ਹੈ। ਕਿਤੇ ਨਾ ਕਿਤੇ ਕੈਂਡੀਡੇਟ ਨੂੰ ਇਹਦੇ ਵਿੱਚ ਵੀ ਖਾਮਿਆਜ਼ਾ ਭੁਗਤਣਾ ਪੈਂਦਾ ਔਰ ਜਿਹੜਾ ਕੰਮ ਮਹੀਨੇ 'ਚ ਹੋਣਾ ਹੁੰਦਾ ਉਹ 3-4 'ਚ ਹੁੰਦਾ। ਸੋ ਇਹ ਚੀਜ਼ ਦਾ ਧਿਆਨ ਰੱਖੋ ਜੀ। ਬੇਸਿਕਲੀ ਮਤਲਬ ਕੈਂਡੀਡੇਟਸ ਨੂੰ ਆਪਣੀ ਰਿਸਰਚ ਵਰਕ ਵੀ ਕਰਕੇ ਰੱਖਣੀ ਪੈਣੀ ਹੈ ਕਿ ਹਾਂ ਕਿ ਅਸੀਂ ਕਿਹੜੀ ਕੰਪਨੀ ਦੇ ਥਰੂ ਅਪਲਾਈ ਕਰਨਾ ਹੈ। ਤੇ ਮੇਰਾ ਵੀ ਪਰਸਨਲ ਸੁਜੈਸ਼ਨ ਹੈ ਕਿ ਜਿੱਦਾਂ ਦੀ ਤੁਹਾਨੂੰ ਗਾਈਡੈਂਸ ਲੈਂਡਮਾਰਕ ਇਮੀਗ੍ਰੇਸ਼ਨ ਵੱਲੋਂ ਦਿੱਤੀ ਜਾਏਗੀ, ਆਮ ਸ਼ੋਰ ਕਿ ਸਿਟੀ 'ਚ ਕਿਤੇ ਹੋਰ ਨਹੀਂ ਦਿੱਤੀ ਜਾਏਗੀ, ਤੇ ਤੁਸੀਂ ਆ ਕੇ ਕੰਸਲਟ ਕਰ ਸਕਦੇ ਹੋ। ਕੰਸਲਟੇਸ਼ਨ ਐਬਸੋਲੂਟਲੀ ਫ੍ਰੀ ਹੈ। ਇੱਕ ਹੋਰ ਕੁਐਸਚਨ ਮੇਰਾ ਗੁਰਪ੍ਰੀਤ ਜੀ ਹੈ ਕਿ ਸਪਾਊਸਲ ਵੀਜ਼ਾ ਅਪਲਾਈ ਕਰਨ ਵਾਸਤੇ ਕੁਝ ਲੋਕ ਪੀਪੀਆਰ ਆਉਣ ਤੋਂ ਇਮੀਡੀਏਟਲੀ ਬਾਅਦ ਸਪਾਊਸਲ ਵੀਜ਼ਾ ਅਪਲਾਈ ਕਰ ਦਿੰਦੇ ਨੇ, ਕੀ ਇਹ ਸਹੀ ਹੈ ਜਾਂ ਥੋੜਾ ਵੇਟ ਕਰ ਲੈਣਾ ਚਾਹੀਦਾ ਹੈ? ਦੇਖੋ ਕੋਵਿਡ ਤੋਂ ਪਹਿਲਾਂ ਦੀ ਗੱਲ ਕਰਾਂ ਤੇ ਇਹੀ ਚੀਜ਼ ਹੁੰਦੀ ਸੀ ਕਿ ਮੇਨ ਐਪਲੀਕੈਂਟ ਉੱਥੇ ਜਾਏਗਾ ਔਰ ਮੇਨ ਐਪਲੀਕੈਂਟ ਦੇ ਜਾਣ ਤੋਂ ਬਾਅਦ ਜਦੋਂ ਉਹਦਾ 1 ਸਮੈਸਟਰ ਪੂਰਾ ਹੋ ਜਾਏਗਾ ਦੈਨ ਸਪਾਊਸ ਅਪਲਾਈ ਕਰਨਾ ਸੀਗਾ। ਬਟ ਜਦੋਂ ਮੈਂ ਵੈਬੀਨਾਰ ਸੁਣੇ, ਜਦੋਂ ਮੈਂ ਹਾਈ ਕਮਿਸ਼ਨ ਨੇ ਸਮੇਂ-ਸਮੇਂ ਸਿਰ ਤੇ ਵੈਬੀਨਾਰ ਕੀਤੇ ਕੋਵਿਡ ਦੇ ਚੱਲਦਿਆਂ, ਕਿਉਂਕਿ ਉਹ ਦੱਸਣਾ ਚਾਹੁੰਦੇ ਸੀ ਕਿ ਸਭ ਕੁਝ ਸਮੂਥ ਹੈ, ਅਸੀਂ ਤੁਹਾਡਾ ਪ੍ਰੋਸੈਸ ਕਰ ਰਹੇ ਹਾਂ। ਉਹਦੇ ਵਿੱਚ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਅੱਜ ਜੇ ਤੁਹਾਡੇ ਮੇਨ ਐਪਲੀਕੈਂਟ ਦਾ ਵੀਜ਼ਾ ਆ ਜਾਂਦਾ ਹੈ, ਉਹ ਇੰਡੀਆ 'ਚ ਹੀ ਹੈ, ਆਨਲਾਈਨ ਉਹਨੇ ਪੜ੍ਹਾਈ ਸਟਾਰਟ ਕਰ ਦਿੱਤੀ ਹੈ, ਤੁਸੀਂ ਆਪਣਾ ਸਪਾਊਸਲ ਵੀਜ਼ਾ ਲਾ ਸਕਦੇ ਹੋ। ਟਰੈਵਲ ਨਹੀਂ ਵੀ ਕੀਤੇ ਕੋਈ ਪ੍ਰੋਬਲਮ ਨਹੀਂ ਹੈ, ਪੜ੍ਹਾਈ ਸਮੈਸਟਰ ਕੰਪਲੀਟ ਨਹੀਂ ਵੀ ਹੋਇਆ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈ, ਤੁਸੀਂ ਅੱਗੇ ਵੱਧ ਸਕਦੇ ਹੋ, ਬਸ਼ਰਤ ਐਜੂਕੇਸ਼ਨ ਮਿਨੀਮਮ 2 ਸਾਲ ਦੀ ਹੋਣੀ ਚਾਹੀਦੀ ਹੈ। ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ। ਸੋ ਸਪਾਊਸਲ ਵੀਜ਼ਾ ਲਈ ਮੈਂ ਤੁਹਾਨੂੰ ਦੱਸ ਦਿੰਦਾ ਕਿ ਲੈਂਡਮਾਰਕ ਇਮੀਗ੍ਰੇਸ਼ਨ 'ਚ ਜਦੋਂ ਵੀ ਕੋਈ ਕੈਂਡੀਡੇਟ ਮੈਰਿਡ ਕਪਲ ਆਉਂਦਾ ਹੈ ਆਪਣਾ ਸਟੂਡੈਂਟ ਵੀਜ਼ਾ ਪ੍ਰਾਪਤ ਕਰਨ ਦੇ ਲਈ ਸੇਮ ਡੇ ਉਹਦਾ ਪ੍ਰੋਸੈਸ ਸਟਾਰਟ ਕਰ ਦਿੱਤਾ ਜਾਂਦਾ ਹੈ ਫॉर ਡਿਪੈਂਡੈਂਟ ਕੈਟਾਗਰੀ। ਇਹੀ ਸਾਡਾ ਮਕਸਦ ਹੈ ਕਿ ਤੁਹਾਨੂੰ ਜਿੰਨੀ ਜਲਦੀ ਤੋਂ ਜਲਦੀ ਬਾਹਰ ਭੇਜਿਆ ਜਾ ਸਕੇ। ਇਹਦੇ 'ਚ ਮੈਂ ਤੁਹਾਡਾ ਕੋਈ ਭਲਾ ਨਹੀਂ ਕਰ ਰਿਹਾ, ਇਹ ਮੇਰਾ ਬਿਜ਼ਨਸ ਹੈ ਔਰ ਇਹ ਬਿਜ਼ਨਸ ਨੂੰ ਅਸੀਂ ਗਰੋ ਕਰਨਾ ਚਾਹੁੰਦੇ ਹਾਂ ਔਰ ਗਰੋ ਤਾਂ ਹੀ ਹੋਏਗਾ ਜਦੋਂ ਤੁਸੀਂ ਸਾਡਾ ਸਾਥ ਦੋਗੇ, ਸਾਡੇ ਤੇ ਟਰਸਟ ਕਰਕੇ। ਜੀ ਬਿਲਕੁਲ। ਤੇ ਇਹ ਤਾਂ ਬਹੁਤ ਗੁੱਡ ਨਿਊਜ਼ ਹੈ ਸਪਾਊਸਲ ਵੀਜ਼ਾ ਅਪਲਾਈ ਕਰਨ ਵਾਸਤੇ ਕਿ ਜਿੱਦਨ ਕਿਸੇ ਕੈਂਡੀਡੇਟ ਦਾ ਸਟੱਡੀ ਵੀਜ਼ਾ ਲੱਗਦਾ ਹੈ ਉਹ ਨਾਲ ਦੀ ਨਾਲ ਹੀ ਉਹ ਸਪਾਊਸਲ ਵੀਜ਼ੇ ਵਾਸਤੇ ਵੀ ਅਪਲਾਈ ਕਰ ਸਕਦਾ, ਮਤਲਬ ਟਾਈਮ ਹੋਰ ਵੀ ਘੱਟ ਲੱਗੇਗਾ। ਤੇ ਸਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਸ਼ੁਕਰੀਆ ਗੁਰਪ੍ਰੀਤ ਜੀ ਸਟੂਡੀਓ ਵਿੱਚ ਆਉਣ ਵਾਸਤੇ। ਤੇ ਅੱਜ ਦੇ ਐਪੀਸੋਡ 'ਚ ਫਿਲਹਾਲ ਇੰਨਾ ਹੀ। ਅਗਲੇ ਐਪੀਸੋਡ 'ਚ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਹੌਟ ਟੌਪਿਕ ਦੇ ਨਾਲ। ਕੀਪ ਵਾਚਿੰਗ।